ਗੌੜੀ ਮਹੱਲਾ ਨਾਵਾਂ। ਕਉ ਮਾਈ ਭੁਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨ ਹਰ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸਲ ਕਰੁਣਾ ਨਿਧਾਨ, ਅੰਤਰਜਾਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ। ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋ ਰਹੀ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਸਾਨੂੰ ਇਹ ਆਪਣੀ ਪਾਵਨ ਪਵਿੱਤਰ ਸੰਗਤ ਬਖਸ਼ਿਸ਼ ਕਰਨਾ ਕੀਤੀ ਹੈ, ਆਪਣੇ ਪਾਵਨ ਪਵਿੱਤਰ ਦਰਸ਼ਨ ਬਖਸ਼ਿਸ਼ ਕਰਨੇ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀਆਂ ਵਿਚਾਰਾਂ ਪਿਛਲੇ ਕੁਝ ਸਮੇਂ ਤੋਂ ਆਪਾਂ ਰਲ ਮਿਲ ਕਰਕੇ ਕਰ ਰਹੇ ਹਾਂ, ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਹੁਤ ਭਾਰੀ ਤਪੱਸਿਆ ਤੋਂ ਉਥਾਨ ਹੁੰਦੇ ਹਨ, ਭੋਰੇ ਵਿੱਚੋਂ ਬਾਹਰ ਪ੍ਰਗਟ ਹੁੰਦੇ ਹਨ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਸੰਗਤਾਂ ਜੁੜਦੀਆਂ ਹਨ ਤੇ ਬੇਨਤੀਆਂ ਕਰਦੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਤੇ ਸਾਧ ਸੰਗਤ ਜੀ ਬਹੁਤ ਲੰਮਾ ਸਮਾਂ 20 ਸਾਲ ਤੋਂ ਉੱਪਰ ਸਤਿਗੁਰੂ ਜੀ ਨੇ ਇੱਕ ਰਸ ਪਰਮੇਸ਼ਰ ਨਾਲ ਜੁੜ ਕਰਕੇ ਬੰਦਗੀ ਕੀਤੀ ਹੈ, ਰਸ ਨੂੰ ਮਾਣਿਆ ਹੈ। ਉਸ ਰਸ ਦੇ ਵਿੱਚੋਂ ਸਾਨੂੰ ਸਾਧ ਸੰਗਤ ਜੀ ਕਿਣਕਾ ਮਾਤਰ ਬਖਸ਼ਿਸ਼ ਕਰ ਰਹੇ ਆ। ਇੰਨਾ ਵੱਡਾ, ਜੇ ਆਪਾਂ ਕਹਿ ਲਈਏ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਨੇ, ਵੱਡੇ ਐਕਸਪੀਰੀਅੰਸ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਤੇ ਉਹ ਰਸ ਨਾਲ ਸਾਨੂੰ ਸ਼ਰਸ਼ਾਰ ਕਰ ਰਹੇ ਹਨ, ਉਹ ਸੰਗਤਾਂ ਨੂੰ ਸ਼ਰਸ਼ਾਰ ਕਰ ਰਹੇ ਹਨ ਕਿ ਉਹ ਰਸ ਜਿਹੜਾ ਉਹਨਾਂ ਨੇ ਮਾਣਿਆ ਹੈ ਉਹ ਅਸੀਂ ਵੀ ਮਾਣ ਸਕੀਏ। ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਾਈਡਲਾਈਨਸ ਦੇ ਰਹੇ ਹਨ, ਸਾਨੂੰ ਉਹ ਤਰੀਕੇ ਦੱਸਦੇ ਆ ਕਿ ਕਿਵੇਂ ਅਸੀਂ ਉਸ ਵੱਡੇ ਆਨੰਦ ਤੱਕ ਪਹੁੰਚ ਸਕਦੇ ਹਾਂ, ਜਿੱਥੇ ਅੱਗੇ ਜਾ ਕੇ ਆਪਾਂ ਬਾਣੀ ਵਿੱਚ ਦਰਸ਼ਨ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਐਸੇ ਪਾਵਨ ਪਵਿੱਤਰ ਡੂੰਘਾਈ ਦੇ ਬਚਨ ਹਨ, ਜਿੱਥੇ ਦੁੱਖ ਦਾ ਕੋਈ ਮੀਨਿੰਗ ਨਹੀਂ ਰਹਿ ਜਾਂਦਾ, ਜਿੱਥੇ ਦੁੱਖ ਦਾ ਕੋਈ ਮੀਨਿੰਗ ਨਹੀਂ ਰਹਿ ਜਾਂਦਾ, ਉੱਥੇ ਸੁੱਖ ਦਾ ਵੀ ਕੋਈ ਮੀਨਿੰਗ ਨਹੀਂ ਰਹਿ ਜਾਂਦਾ। ਕਿਉਂਕਿ ਸਾਰਾ ਸੰਸਾਰ ਸੁੱਖਾਂ ਵਾਸਤੇ ਯਤਨ ਕਰਦਾ ਹੈ ਕਿ ਮੇਰੇ ਤਨ ਨੂੰ ਸੁੱਖ ਹੋ ਜਾਵੇ, ਮੇਰੇ ਮਨ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਵੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਉਸ ਅਵਸਥਾ ਤੇ ਟਿਕਦੇ ਨੇ ਜਿੱਥੇ ਦੁੱਖ ਦਾ ਤੇ ਕੋਈ ਮੀਨਿੰਗ ਨਹੀਂ ਰਹਿ ਜਾਂਦਾ, ਸੁੱਖ ਦਾ ਵੀ ਨਹੀਂ ਕੋਈ ਰਹਿ ਜਾਂਦਾ, ਦੋਨਾਂ ਤੋਂ ਨਿਰਲੇਪ। ਹਰ ਕੋਈ ਬੰਦਾ ਨਿੰਦਿਆ ਤੋਂ ਬਚਣਾ ਚਾਹੁੰਦਾ ਹੈ ਕਿ ਮੇਰੀ ਨਿੰਦਿਆ ਨਾ ਕਿਤੇ ਹੋਵੇ, ਮੈਨੂੰ ਕੋਈ ਮਾੜਾ ਨਾ ਕਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਿੰਦਿਆ ਤੋਂ ਨਿਰਲੇਪ ਹੈ ਹੀ ਹੈ, ਉਸ ਤੋਂ ਵੀ ਬੇਪਰਵਾਹ ਨਹੀਂ, ਉਸ ਤੋਂ ਵੀ ਕੋਈ ਕਰਦਾ ਹੈ ਉਹਦੀ ਵੀ ਕੋਈ ਪਰਵਾਹ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਸਾਨੂੰ ਉਸ ਅਵਸਥਾ ਤੇ ਪਹੁੰਚਾਉਣਾ ਚਾਹੁੰਦੇ ਹਨ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਬਚਨ ਆਪਾਂ ਸਰਵਣ ਕੀਤਾ ਹੈ ਕਿ ਮਨ ਨੂੰ ਸਮਝਾਉਣਾ ਹੈ, ਕਿਉਂਕਿ ਗੁਰਬਾਣੀ ਅੰਦਰ ਸਤਿਗੁਰੂ ਜੀ ਦਾ ਫਰਮਾਨ ਹੈ
ਮਨ ਸਮਝਾਵਨ ਕਾਰਨ ਕਛੁਕ ਪੜ੍ਹੀਐ ਗਿਆਨ। ਇਹਦੇ ਵਾਸਤੇ ਗਿਆਨ ਪੜ੍ਹਨਾ ਪੈਂਦਾ ਹੈ, ਕਿਉਂਕਿ ਇੱਕ ਲਗਾਤਾਰ ਜੰਗ ਸਾਡੀ ਮਨ ਦੇ ਨਾਲ ਚੱਲੀ ਜਾ ਰਹੀ ਹੈ, ਚੱਲੀ ਜਾ ਰਹੀ ਹੈ। ਅੱਜ ਦੀ ਨਹੀਂ ਚੱਲ ਰਹੀ, ਜਨਮਾਂ ਜਨਮਾਂ ਤੋਂ ਚੱਲੀ ਜਾ ਰਹੀ ਹੈ। ਮਨ ਦੇ ਵਿੱਚ ਵਿਚਾਰ ਉੱਠਦੇ ਨੇ, ਮੈਂ ਗੁਰਦੁਆਰਾ ਸਾਹਿਬ ਵਿਖੇ ਜਾਵਾਂ, ਨਾਲ ਹੀ ਦੂਸਰੇ ਪਾਸਿਓਂ ਵਿਚਾਰ ਉੱਠਣੇ ਸ਼ੁਰੂ ਹੋ ਜਾਂਦੇ ਨੇ ਵੀ ਹਾਂ ਆਹ ਵੀ ਕੰਮ ਕਰਨ ਵਾਲੇ, ਉਹ ਵੀ ਕੰਮ ਕਰਨ ਵਾਲੇ ਨੇ। ਬਹੁਤੀ ਵਾਰੀ ਸਾਡੇ ਜਿਹੜੇ ਫੈਸਲੇ ਨੇ ਸਾਧ ਸੰਗਤ ਜੀ 49 ਤੇ 51 ਦੇ ਹਿਸਾਬ ਨਾਲ ਹੁੰਦੇ ਆ, 1% ਦੇ ਹਿਸਾਬ ਨਾਲ ਹੀ ਸਾਡਾ ਫੈਸਲਾ ਹੁੰਦਾ ਬਹੁਤੀ ਵਾਰੀ। ਤੇ ਜਦੋਂ ਅਸੀਂ ਇੱਕ ਫੈਸਲਾ ਲੈਂਦੇ ਆ, ਦੂਸਰਾ ਫੈਸਲਾ ਬਰਾਬਰ ਤੇ ਫਿਰ ਖੜਾ ਹੋਇਆ ਹੈ। ਉਧਰ ਨੂੰ ਇਹ ਨਾ ਸਮਝੀਏ ਕਿ ਅਸੀਂ ਇੱਕ ਫੈਸਲਾ ਲੈ ਲਿਆ, ਅਸੀਂ ਇੱਥੇ ਆ ਗਏ ਹਾਂ, ਫੈਸਲਾ ਲੈ ਲਿਆ, ਅਸੀਂ ਗੁਰਦੁਆਰਾ ਸਾਹਿਬ ਵਿਖੇ ਆ ਗਏ। ਜਿਹੜਾ 49 51 ਦੇ ਵਿੱਚ ਅਸੀਂ ਫੈਸਲਾ ਲਿਆ ਆ, 49 ਵੋਟਾਂ ਦੂਜੇ ਬੰਨੇ ਵੀ ਖੜੀਆਂ ਨੇ, ਜੋੜ ਤੋੜ ਕਰ ਰਿਹਾ ਹੈ। ਮਨ ਸਾਨੂੰ ਇੱਥੋਂ ਭਜਾਉਣਾ ਵੀ ਚਾਹੁੰਦਾ ਹੈ। ਕਦੀ ਕੋਈ ਸਾਡੇ ਮਨ ਦੇ ਵਿੱਚ ਖਿਆਲ ਆ ਜਾਏਗਾ ਵੀ ਹਾਂ ਉੱਠ ਕੇ ਚਲੇ ਜਾਈਏ, ਜਾਂ ਕਿਸੇ ਤਰ੍ਹਾਂ ਕੋਈ। ਇਹ ਸਾਡੀ ਜੰਗ ਅੰਦਰ ਮਨ ਦੇ ਨਾਲ ਚੱਲੀ ਜਾ ਰਹੀ ਹੈ, ਚੱਲੀ ਜਾ ਰਹੀ ਹੈ। ਜਦੋਂ ਅਸੀਂ ਇੱਕ ਫੈਸਲਾ ਲੈ ਲਿਆ, ਦੂਸਰਾ ਫੈਸਲਾ ਉਹਦੇ ਨਾਲ ਹੀ ਬਰਾਬਰ ਤੇ ਖੜਾ ਹੈ। ਆਪਾਂ ਵਿਚਾਰ ਕੀਤੀ ਸੀ ਪਿਛਲੇ ਸਮੇਂ ਅੰਦਰ, ਇੱਕ ਸਾਖੀ ਵਿਚਾਰੀ ਸੀ ਕਿ ਇੱਕ ਮਲਾਹ ਨੇ 10,000 ਰੁਪਈਆ ਕਿਸੇ ਦਾ ਵਾਪਸ ਕਰ ਦਿੱਤਾ। ਇੱਕ ਫੈਸਲਾ ਲੈ ਲਿਆ, ਉਹਨੇ ਚੰਗਾ ਕੰਮ ਕਰ ਲਿਆ। ਦੂਸਰਾ ਫੈਸਲਾ ਉਹਦੇ ਬਰਾਬਰ ਤੇ ਖੜਾ ਹੋਇਆ, ਅੰਦਰ ਪੱਕਾ ਕਰ ਰਿਹਾ ਵੀ ਹਾਂ ਤੂੰ ਐਰਕੀ ਇਹ ਗਲਤੀ ਕਰ ਲਈ, ਅੱਗੇ ਤੋਂ ਨਾ ਇਹ ਗਲਤੀ ਕਰਨੀ, ਅੱਗੇ ਤੋਂ ਪੈਸਾ ਕਿਤੇ ਆਏ ਛੱਡਣਾ ਨਹੀਂ। ਉਹ ਇੱਕ ਪੋਜ਼ਿਟਿਵ ਫੈਸਲਾ ਤਾਂ ਉਹਨੇ ਲੈ ਲਿਆ, ਪਰ ਦੂਸਰਾ ਫੈਸਲਾ ਵੀ ਜੋੜ ਤੋੜ ਕਰਕੇ ਉਹਦੇ ਤੇ ਹਾਵੀ ਹੋ ਗਿਆ। ਕਿ ਵਾਪਸ ਆਉਂਦੇ ਹੋਏ ਨੇ, ਇੱਕ ਬੱਚੇ ਖੇਡ ਰਹੇ ਨੇ, ਉਹਨਾਂ ਦਾ 1 ਰੁਪਈਆ ਜਿਹੜਾ ਉੱਤੇ ਵੀ ਪੈਰ ਦੱਬ ਕੇ ਖਲੋ ਗਿਆ ਵੀ ਉਹ ਤੇ 10,000 ਨਿਕਲ ਗਿਆ, ਉਹ ਤੇ ਫੈਸਲਾ ਹੋ ਗਿਆ ਸੀ, ਪਰ ਇੰਨਾ ਹੀ ਇਕੱਠਾ ਕਰਨਾ। ਉਹੋ ਹੀ ਬੰਦਾ ਹੈ ਜਿਹੜਾ 10,000 ਦੀ ਪਰਵਾਹ ਨਹੀਂ ਕਰਦਾ, 1 ਰੁਪਈਏ ਤੇ ਡੋਲ ਜਾਂਦਾ ਹੈ, ਕਿਉਂਕਿ ਫੈਸਲਾ 49 ਤੇ 51 ਤੇ। ਜਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਨੇ, ਸਾਨੂੰ ਕਹਿੰਦੇ ਨੇ ਵੇਖਿਓ ਕਿਤੇ ਗੈਪ ਨਾ ਪਾ ਲਿਓ ਵਿੱਚ। ਨਿਤਨੇਮ ਦਾ ਮਤਲਬ ਕੀ ਹੈ? ਰੋਜ਼ ਹੀ ਕਰਨਾ, ਕੋਈ ਨਾਗਾ ਨਹੀਂ ਪਾਉਣਾ। ਜੇ ਨਾਗਾ ਪੈ ਗਿਆ, ਨੈਗੇਟਿਵਿਟੀ ਦੇ ਵਿੱਚ ਫੈਸਲਾ ਉਧਰ ਤਗੜਾ, ਕਲਯੁਗ ਦੇ ਪ੍ਰਭਾਵ ਕਹਿ ਲਓ, ਮਨ ਦਾ ਕਹਿ ਲਓ, ਸਟਰੋਂਗ ਹੋ ਜਾਏਗਾ। ਹੋਰ ਇੱਕ ਦਿਨ ਅੰਮ੍ਰਿਤ ਵੇਲੇ ਨਾ ਉੱਠਿਆ, ਉਹਦੇ ਕੋਲ ਐਵੀਡੈਂਸ ਬਣ ਜਾਏਗਾ ਵੀ ਹਾਂ ਤੂੰ ਫਿਰ ਕੀ, ਉਧਰ ਵੀ ਚਲੋ ਲੇਟ ਹੋ ਹੀ ਗਿਆ ਸੀ, ਫਿਰ ਕੀ ਹੋ ਗਿਆ। ਅਗਲੇ ਦਿਨ ਵਾਸਤੇ ਉਹਦੀ ਮਜ਼ਬੂਤੀ ਹੋ ਜਾਏਗੀ। ਸੰਕਲਪ ਸਾਡਾ ਜਿਹੜਾ ਹੈ, ਸੰਕਲਪ ਦੀ ਸ਼ਕਤੀ ਸਾਡੀ ਘਟਣੀ ਸ਼ੁਰੂ ਹੋ ਜਾਏਗੀ। ਸਾਡੀ ਦ੍ਰਿੜਤਾ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਜਾਏਗਾ। ਜੇ ਇੱਕ ਦਿਨ ਦੇ ਨਾਲ ਵੀ ਬਹੁਤ ਦੂਰ ਚਲੇ ਜਾਵਾਂਗੇ। ਤਾਂ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਸੀ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰਿ ਨਾਮ ਧਿਆਵੈ। ਭਲਕੇ ਦਾ ਅਰਥ ਅੰਮ੍ਰਿਤ ਵੇਲਾ ਵੀ ਕਰਦੇ ਨੇ, ਪਰ ਸੰਪਰਦਾਇ ਦੇ ਵਿੱਚ ਅਰਥ ਇਹਦਾ ਕੀਤਾ ਜਾਂਦਾ ਹੈ ਨਿਤ, ਐਵਰੀ ਡੇ। ਭਲਕੇ ਉੱਠ, ਹਰ ਰੋਜ਼ ਉੱਠ ਕਰਕੇ। ਜਿੱਦਾਂ ਜਿੱਦਾਂ ਅਸੀਂ ਇਹ ਕੋਈ ਭਾਵੇਂ ਨਿੱਕਾ ਜਿਹਾ ਫੈਸਲਾ ਲੈਂਦੇ, ਅਸੀਂ ਗੁਰਦੁਆਰਾ ਸਾਹਿਬ ਆਏ ਹਾਂ, ਮਨ ਦੇ ਨਾਲ ਸਾਡੀ ਜੰਗ ਚੱਲ ਰਹੀ ਹੈ। ਜਦੋਂ ਆਨੰਦ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ, ਮਨ ਜਿੱਤ ਜਾਂਦਾ ਹੈ। ਉਹ ਕਹਿੰਦਾ ਆਨੰਦ ਸਾਹਿਬ ਸ਼ੁਰੂ ਹੋ ਗਿਆ, ਚੱਲੀਏ ਹੁਣ। ਭਾਵੇਂ ਕਿ 5-10 ਮਿੰਟ ਹੀ ਲੱਗਣੇ ਸੀ ਬਾਹਰ ਖੜਾ ਹੋ ਕੇ, ਭਾਵੇਂ ਉਹਨੇ ਸਮੇਂ ਤੋਂ ਜ਼ਿਆਦਾ ਸਮਾਂ ਗੱਲਾਂ ਕਰਨ ਲੱਗ ਜੇ, ਪਰ ਉਹ 2 ਘੰਟੇ ਲਈ ਮਨ ਦੇ ਨਾਲ ਜੰਗ ਚੱਲਦੀ ਰਹੀ। ਪਰ ਜਦੋਂ ਆਨੰਦ ਸਾਹਿਬ ਦੀ ਵਾਰੀ ਆਈ, ਮਨ ਜਿੱਤ ਗਿਆ। ਜਿਹੜਾ ਚੰਗਾ ਪੱਖ ਸੀ ਉਹ ਸਾਡਾ ਹਾਰ ਗਿਆ।
ਵਾਸਤੇ ਸਾਧ ਸੰਗਤ ਜੀ ਸਾਨੂੰ ਸੰਯੋਗ ਕਰਨ ਦੀ ਲੋੜ ਆ। ਪ੍ਰਬੰਧਕਾਂ ਨੂੰ ਵੀ ਲੋੜ ਪੈਂਦੀ ਹੈ ਕਿ ਜਦੋਂ ਸਮਾਪਤੀ ਕਰਨੀ ਆ, ਸਮਾਪਤੀ ਇੰਨੀ ਤੇਜ਼ੀ ਨਾਲ ਕੀਤੀ ਜਾਵੇ ਕਿ ਬੰਦੇ ਦੇ ਉਹ ਹਾਰ ਨਾ ਸਕੇ ਆਪਣੇ ਮਨ ਤੋਂ। ਉਹ ਕਹੇ ਵੀ ਹਾਂ 5 ਮਿੰਟ ਹੋਰ ਲੱਗਣੇ, ਸਮਾਪਤੀ ਹੋ ਜਾਣੀ। ਜੇ ਉਹ ਜਿੱਤ ਕੇ ਜਾਂਦਾ ਹੈ, ਅਗਲੇ ਦਿਨ ਮਨ ਜਿਹੜਾ ਹੈ ਉਹਦੀ ਸ਼ਕਤੀ ਖੀਣ ਹੋ ਜਾਏਗੀ। ਸਾਡੇ ਵਾਸਤੇ ਉਹਨੂੰ ਜਿੱਤਣਾ ਅਗਲੇ ਦਿਨ ਵਾਸਤੇ ਸੌਖਾ ਹੋ ਜਾਏਗਾ। ਜੇ ਉਹ ਹਾਰ ਕੇ ਜਾਂਦਾ ਹੈ, ਭਾਵੇਂ 2 ਘੰਟੇ ਉਹ ਬੈਠਾ ਹੀ ਰਿਹਾ, ਪਰ ਗਿਆ ਤੇ ਹਾਰ ਕੇ। ਆਨੰਦ ਸਾਹਿਬ ਜਦੋਂ ਸ਼ੁਰੂ ਹੋਇਆ ਭਜਣਾ ਪੈ ਗਿਆ ਉਹਨੂੰ, ਮਨ ਜਿੱਤ ਗਿਆ। ਸੋ ਇਸ ਕਰਕੇ ਮਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਇਹ ਤੇਰਾ ਸਭ ਤੋਂ ਵੱਡਾ ਦੁਸ਼ਮਣ ਇਹੋ ਹੀ ਹੈ, ਇਹਦੇ ਨਾਲ ਤੂੰ ਜੰਗ ਕਰਨਾ ਹੈ। ਤੇ ਤੇਰਾ ਜੰਗ 24 ਘੰਟੇ ਚੱਲੀ ਜਾ ਰਿਹਾ ਇਹਦੇ ਨਾਲ। ਕਦੀ ਕਦੀ ਤੂੰ ਜਿੱਤ ਜਾਣਾ, ਬਹੁਤੀ ਵਾਰੀ ਹਾਰ ਜਾਣਾ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਸੋ ਇਹਦੀਆਂ ਵਿਚਾਰਾਂ ਆਪਾਂ ਨਾਲ ਸਮੇਂ ਅਨੁਸਾਰ ਕਰਦੇ ਰਵਾਂਗੇ, ਕਿਉਂਕਿ ਮਨ ਦਾ ਵਿਸ਼ਾ ਐਡਾ ਵਿਸ਼ਾਲ ਹੈ ਕਿ ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ, ਜੋ ਵੀ ਉਹ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹਦੇ ਪ੍ਰਥਾਈ ਬਖਸ਼ਿਸ਼ ਕਰਦੇ ਕਿ ਭਾਈ ਇਹ ਮਨ ਨੂੰ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ। ਕੌਣ ਸਮਝਾ ਸਕਦਾ ਹੈ? ਕਿਵੇਂ ਇਹਦੇ ਨਾਲ ਜਿਹੜੀ ਜੰਗ ਦੇ ਵਿੱਚੋਂ ਜਿੱਤਿਆ ਕਿਵੇਂ ਜਾ ਸਕਦਾ ਹੈ? ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਚਰਨਾਂ ਕਮਲਾਂ ਦਾ ਧਿਆਨ ਧਰੀਏ। ਐਸੇ ਸਤਿਗੁਰੂ ਜੀ ਸਹਿਜ ਦੀ ਮੂਰਤ ਤਪੱਸਿਆ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਕਰਕੇ ਆਪਣੇ ਆਪ ਨੂੰ ਨੀਵਾਂ ਅਖਵਾਇਆ, ਹਮੇਸ਼ਾ ਦੂਸਰਿਆਂ ਦੇ ਭਲੇ ਵਾਸਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਥੋਂ ਤੱਕ ਕਿ ਆਪਣਾ ਸੀਸ ਵੀ ਵਾਰ ਦਿੱਤਾ ਹੈ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਪਵਿੱਤਰ ਬਖਸ਼ਿਸ਼ ਕਰਦੇ ਨੇ ਸਾਡੇ ਉੱਪਰ। ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾ। ਗੌੜੀ ਰਾਗ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਉੱਪਰ ਬਖਸ਼ਿਸ਼ ਕਰ ਰਹੇ ਹਨ। ਕੋ ਮਾਈ ਭੁੱਲਿਓ ਮਨ ਸਮਝਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਹੇ ਮਾਈ, ਕਹਿੰਦੇ ਹੇ ਮੇਰੀ ਮਾਤਾ, ਕੋ ਭੁੱਲਿਓ ਮਨ ਸਮਝਾਵੇ। ਉਹ ਇਸ ਤਰ੍ਹਾਂ ਦਾ ਕੋਈ ਹੈਗਾ ਜਿਹੜਾ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ, ਨਾ ਜਿਹਦਾ ਮਨ ਸਮਝ ਗਿਆ ਹੋਵੇ? ਕੋਈ ਹੈਗਾ ਇਸ ਤਰ੍ਹਾਂ ਦਾ? ਕੀ ਕਰਦਾ ਹੈ ਮਨ? ਸਮਝਦਾ ਨਹੀਂ। ਕਿਹੜੀ ਗੱਲ ਨੂੰ ਨਹੀਂ ਸਮਝਦਾ? ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰ ਰਹੇ ਹਨ। ਵੇਦ ਪੁਰਾਨ ਸਾਧ ਮਗ ਸੁਨ ਕਰ ਨਿਮਖ ਨਾ ਹਰ ਗੁਣ ਗਾਵੈ। ਕਹਿੰਦੇ ਵੇਦ, 4 ਵੇਦ ਨੇ ਸਾਧ ਸੰਗਤ ਜੀ। ਵੇਦਾਂ ਮਹਿ ਨਾਮ ਉਤਮ ਸੋ ਸੁਣੈ ਨਾਹੀ, ਫਿਰੇ ਜਿਉ ਬੇਤਾਲਿਆ। ਕਹਿੰਦੇ ਵੇਦਾਂ ਦੇ ਵਿੱਚ ਪੁਰਾਣ ਤੇ ਸਾਧ ਮਗ ਸੁਣ ਕਰ ਕਹਿੰਦੇ ਵੇਦਾਂ ਨੂੰ ਸੁਣ ਕਰਕੇ, ਪੁਰਾਣਾਂ ਨੂੰ ਸੁਣ ਕਰਕੇ, ਸਾਧੂ ਸੰਤਾਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸੁਣ ਕਰਕੇ ਸਾਰੇ ਕਿਹਦੀ ਪ੍ਰੇਰਨਾ ਦਿੰਦੇ ਆ? ਬਿਨ ਹਰ ਭਜਨ ਨਹੀਂ ਛੁਟਕਾਰਾ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਹਿੰਦੇ ਸਾਰਿਆਂ ਨੂੰ ਪੜ੍ਹ ਕਰਕੇ, ਸੁਣ ਕਰਕੇ ਨਿਮਖ ਨਾ ਹਰ ਗੁਣ ਗਾਵੇ। ਫਿਰ ਵੀ ਇੱਕ ਨਿਮਖ ਮਾਤਰ ਵੀ ਹਰੀ ਦੇ ਗੁਣਾਂ ਨੂੰ ਨਹੀਂ ਗਾਉਂਦਾ। ਤੇ ਸਾਧ ਸੰਗਤ ਜੀ ਸਾਡੇ ਮਨ 'ਚ ਵਿਚਾਰ ਆ ਜਾਏਗਾ ਕਿ ਨਿਮਖ ਮਾਤਰ ਤਾਂ ਅਸੀਂ ਗਾਉਂਦੇ ਹੀ ਆ, ਤੇ ਇੰਨਾ ਗਾਉਂਦੇ ਆ ਵੀ ਨਿਮਖ ਮਾਤਰ ਕਿਵੇਂ ਹੋਇਆ? ਪਰ ਸਾਧ ਸੰਗਤ ਜੀ ਦੀ ਵੀ ਡੂੰਘਾਈ ਦੀ ਵਿਚਾਰ ਹੈ ਕਿ
ਜਿਹੜਾ ਹਰੀ ਦੇ ਗੁਣਾਂ ਨੂੰ ਗਾਉਣਾ ਹੈ, ਇਹ ਵੀ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਬਿਨਾਂ ਕਿਸੇ ਖੁਆਇਸ਼ ਤੋਂ ਜਦੋਂ ਗਾਇਆ ਜਾਂਦਾ, ਫਿਰ ਉਹ ਉੱਥੇ ਜਾ ਕਰਕੇ ਸਤਿਗੁਰੂ ਦੀ ਕਿਰਪਾ ਕਰਦੇ ਆ ਕਿ ਉਹ ਜਿਹੜੇ ਹਰੀ ਗੁਣ ਨੂੰ, ਨਿਮਖ ਨੂੰ ਕਹਿ ਰਹੇ, ਜਿਹੜਾ ਨਿਮਖ ਐਡਾ ਵੱਡਾ ਹੈ ਕਿ ਮਹਾਰਾਜ ਸਾਹਿਬ ਗੁਰੂ ਕਲਗੀਧਰ ਦੇ ਬਚਨ ਨੇ, ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਕਹਿੰਦੇ ਇੱਕ ਚਿੱਤ ਕਰਕੇ ਛਿਨ ਮਾਤਰ ਵੀ ਜਿਹਨੇ ਸਿਮਰਿਆ, ਉਹ ਫਿਰ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ, 84 ਦੇ ਚੱਕਰਾਂ ਵਿੱਚ। ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਉਹਦੀ ਇੱਥੇ ਸਤਿਗੁਰੂ ਦੀ ਗੱਲ ਕਰ ਰਿਹਾ, ਸੁਣ ਕਰ ਨਿਮਖ ਨਾ ਹਰ ਗੁਣ ਗਾਵੇ। ਕਹਿੰਦੇ ਨਿਮਖ ਮਾਤਰ ਵੀ ਹਰੀ ਦੇ ਗੁਣਾਂ ਨੂੰ ਇਹ ਗਾਉਂਦਾ ਨਹੀਂ, ਹਿਰਦੇ ਅੰਦਰੋਂ ਰਹਾਉ ਠਹਿਰਾਓ ਦੇ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਰਹਾਉ ਦੁਰਲਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਜੀ ਦੀ ਜਿਹੜੀ ਬਾਣੀ ਹੈ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ, ਉਹਦੇ ਵਿੱਚ ਮਹਾਰਾਜ ਸਾਨੂੰ ਵਾਰ-ਵਾਰ ਇਹ ਚੇਤਾ ਕਰਾਉਂਦੇ ਆ ਕਿ ਭਾਈ ਇਹ ਜਿਹੜਾ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਨਾ, ਇਹ ਬਹੁਤ ਦੁਰਲਭ ਹੈ, ਇਹ ਕਦੇ ਵਾਰ-ਵਾਰ ਨਹੀਂ ਪ੍ਰਾਪਤ ਹੁੰਦੀ। ਇਹ ਤਾਂ ਇੱਕ ਵਾਰੀ ਤੇਰੇ ਹੱਥੋਂ ਇਹ ਚਾਂਸ ਜਿਹੜਾ ਨਿਕਲ ਗਿਆ ਨਾ, ਫਿਰ ਤੈਨੂੰ ਬਹੁਤ ਦੇਰ ਬਾਅਦ ਕਿਤੇ ਪ੍ਰਾਪਤ ਹੋਣਾ ਹੈ। ਫਿਰ ਤਾਂ ਉਹ ਲੰਮਾ ਕੰਮ ਪੈ ਜਾਏਗਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਹਿੰਦੇ ਬਹੁਤ ਚਿਰਾਂ ਬਾਅਦ ਤੈਨੂੰ ਇਹ ਪ੍ਰਾਪਤ ਹੋਈ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਦੁਰਲਭ ਦੇਹੀ ਹੈ ਇਹ ਵਾਰ-ਵਾਰ ਇਹ ਕਿਤੇ ਮਿਲਦੀ ਨਹੀਂ। ਤੇ ਜੇ ਇਹਨੂੰ ਕਿਤੇ ਗਵਾ ਲਿਆ ਫਿਰ ਕੀ ਹੋਏਗਾ? ਫਿਰ ਮਹਾਰਾਜ ਸਾਹਿਬ ਨੇ, ਭਗਤ ਕਬੀਰ ਜੀ ਨੇ ਉਹ ਨਕਸ਼ਾ ਖਿੱਚਿਆ, ਬੜਾ ਭਿਆਨਕ ਸਾਡੇ ਸਾਹਮਣੇ ਲਿਆਂਦਾ ਹੈ। ਕਹਿੰਦੇ ਚਾਰ ਪਾਂਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਟ ਮੂੰਡ ਲੁਕਈ ਹੈ। ਕਹਿੰਦੇ ਹੁਣ ਨਹੀਂ ਤੂੰ ਹਰੀ ਦੇ ਗੁਣਾਂ ਨੂੰ ਗਾਉਂਦਾ, ਪਰਮੇਸ਼ਰ ਦੇ ਨਾਮ ਨੂੰ ਜਪਦਾ ਨਹੀਂ, ਜਦੋਂ ਤੇਰੇ ਚਾਰ ਪੈਰ ਹੋ ਗਏ, ਦੋ ਸਿੰਘ ਲੱਗ ਗਏ, ਸਿਰ ਤੇ ਮੁੱਖ ਹੋ ਗਿਆ ਗੁੰਗਾ, ਫਿਰ ਤੂੰ ਚਾਹਵੇਂਗਾ ਵੀ ਨਾ ਵੀ ਮੈਂ ਕਿਤੇ ਨਾਮ ਜਪਣਾ, ਜਪਿਆ ਨਹੀਂ ਜਾਣਾ। ਜੇ ਕਿਤੇ ਗੁਰਦੁਆਰੇ ਵੱਲ ਨੂੰ ਆਉਣਾ ਵੀ ਚਾਹਿਆ ਤਾਂ ਡੰਡੇ ਪੈਣਗੇ, ਵੜਨ ਨਹੀਂ ਦਿੱਤਾ ਜਾਏਗਾ। ਊਠਤ ਬੈਠਤ, ਉਠਾਉਣ ਲੱਗਿਆਂ ਵੀ ਕੁੱਟ ਪਏਗੀ, ਤੇ ਜੇ ਕਿਤੇ ਕਹਿਣਾ ਹੋਇਆ ਵੀ ਬੈਠ ਜਾ ਤਾਂ ਵੀ ਡੰਡੇ ਦੀ ਭਾਸ਼ਾ ਸਮਝਦਾ ਹੈ ਡੰਗਰ। ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਾਈ ਹੈ। ਕਹਿੰਦੇ ਫਿਰ ਸਿਰ ਕਿੱਥੇ ਲੁਕਾਉਂਦਾ ਫਿਰੇਗਾ ਆਪਦਾ? ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕੰਧ ਨਾ ਕੋਦੋ ਕੋਪਸ ਕਹੀ ਹੈ। ਕਹਿੰਦੇ ਨੱਕ ਦੇ ਵਿੱਚ ਪਾੜ ਕਰਕੇ ਤੇਰਾ ਨਕੇਲ ਪਾ ਦੇਣਗੇ ਤੇ ਕੰਧੇ ਤੇਰੇ ਪਾੜ ਜਾਣਗੇ, ਢੋ ਢੋ ਕੇ ਭਾਰ। ਕਹਿੰਦੇ ਫਿਰ ਕਿਵੇਂ ਗੁਣ ਗਾਏਗਾ ਪਰਮੇਸ਼ਰ ਦੇ? ਇਹ ਤਾਂ ਦੁਰਲਭ ਦੇਹੀ ਪ੍ਰਾਪਤ ਹੋਈ ਹੈ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਪਵਿੱਤਰ ਸਾਧ ਸੰਗਤ ਜੀ ਸ਼ਾਮ ਦੀ ਬਾਣੀ ਦਾ ਨਿਤਨੇਮ ਬਖਸ਼ਿਸ਼ ਕੀਤਾ। ਉਹਦੇ ਵਿੱਚ ਰੋਜ਼ ਹੀ ਚੇਤਾ ਕਰਾਉਂਦੇ ਕਿ ਭਾਈ ਸਾਰਾ ਦਿਨ ਘੁੰਮ ਫਿਰ ਕੇ ਆ ਗਿਆ, ਇਹਦਾ ਚੇਤਾ ਕਰਨਾ ਵੀ ਇਹ ਕਿਹੜੇ ਕੰਮ ਵਾਸਤੇ ਤੈਨੂੰ ਪ੍ਰਾਪਤ ਹੋਈ ਸੀ, ਉਹ ਕੰਮ ਕਰਕੇ ਆਇਆ ਵੀ ਹੈ ਸਾਰੀ ਦਿਹਾੜੀ ਵਿੱਚ ਕਿ ਨਹੀਂ। ਭਾਈ ਪ੍ਰਾਪਤ ਮਾਨਕ ਦੇਹ ਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਅਬਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਸਤਿਗੁਰੂ ਦੀ ਕਿਰਪਾ ਕਰਦੇ, ਦੁਰਲਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਰਾਵੇ। ਕਹਿੰਦੇ ਬਿਰਥਾ ਹੀ ਜਨਮ ਜਿਹੜਾ ਸਾਰਾ ਗਵਾ ਦਿੱਤਾ। ਮਾਇਆ ਮੋਹ ਮਹਾ ਸੰਕਟ ਬਨ,
ਤਾਸਿਓ ਰੁਚ ਉਪਜਾਵੈ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਗ੍ਰਸ ਕਰਕੇ ਬਹੁਤ ਜਿਹੜਾ ਸੰਕਟ ਵਾਲਾ ਇਹ ਭਿਆਨਕ ਜੰਗਲ ਹੈ ਨਾ, ਤਾਸਿਓ ਰੁਚ ਉਪਜਾਵੈ, ਉਹਦੇ ਵੱਲ ਨੂੰ ਰੁਚੀ ਉਪਜਦੀ ਹੈ, ਉਹਦੇ ਵੱਲ ਨੂੰ ਤੇ ਭੱਜ ਭੱਜ ਕੇ ਜਾਂਦਾ ਹੈ, ਸਾਰੇ ਕੰਮ ਕਰਦਾ ਹੈ, ਭਾਵੇਂ ਪਤਾ ਕਿ ਇੱਥੇ ਛੱਡ ਜਾਣਾ ਸਾਰਾ ਕੁਝ, ਉਹਦੇ ਵੱਲ ਨੂੰ ਰੁਚੀ ਉਪਜਦੀ ਹੈ। ਕਿਉਂ ਉਪਜਦੀ ਹੈ? ਕਿਉਂਕਿ ਸਾਧ ਸੰਗਤ ਜੀ ਸੰਸਕਾਰ ਬਣ ਜਾਂਦੇ, ਆਦਤ ਬਣ ਜਾਂਦੀ ਹੈ। ਜਿਹੜੀ ਆਦਤ ਆ ਨਾ, ਇਹਦਾ ਛੁਟਕਾਰਾ ਪਾਉਣਾ ਬੜਾ ਔਖਾ ਹੈ। ਇੱਕ ਹੈ ਗਲਤੀ ਕਰ ਲੈਣੀ, ਇੱਕ ਹੈ ਗਲਤੀ ਵਾਰ-ਵਾਰ ਜਦੋਂ ਹੁੰਦੀ ਹੈ ਉਹ ਫਿਰ ਆਦਤ ਬਣ ਜਾਂਦੀ ਹੈ। ਆਦਤ ਜਿਹੜੀ ਹੈ ਫਿਰ ਉਹਨੂੰ ਛਡਾਉਣ ਵਾਸਤੇ ਬਹੁਤ ਭਾਰੀ ਯਤਨ ਕਰਨੇ ਪੈਂਦੇ, ਉਹ ਬਹੁਤ ਕੰਮ ਔਖਾ ਹੁੰਦਾ, ਜਿਹਦੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਮੁੱਢੇ ਦੀ ਖਸਲਤ ਨਾ ਗਈਆ ਅੰਧੇ। ਕਹਿੰਦੇ ਉਹ ਕੰਮ ਜਿਹੜਾ ਹੈ ਬਹੁਤ ਫਿਰ ਔਖਾ ਹੋ ਜਾਂਦਾ ਹੈ, ਭਿਆਨਕ ਹੋ ਜਾਂਦਾ ਹੈ, ਬਹੁਤ ਜ਼ਿਆਦਾ ਕਰੜਾ ਕੰਮ ਹੋ ਜਾਂਦਾ ਹੈ। ਉਹਨੂੰ ਆਦਤਾਂ ਨੂੰ ਛਡਾਉਣ ਵਾਸਤੇ ਬਹੁਤ ਭਾਰੀ ਯਤਨ ਕਰਨਾ ਪੈਂਦਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਜਦੋਂ ਅਸੀਂ ਕਿਸੇ ਵੀ ਪਾਸੇ ਹੀ ਕਹਿੰਦੇ ਨਾ ਟੇਸਟ ਕਰ ਲਈਏ ਇਸ ਚੀਜ਼ ਨੂੰ, ਉਹ ਜਿਹੜਾ ਟੇਸਟ ਹੈ ਉਹ ਹੀ ਫਸਾਉਂਦਾ ਹੈ। ਜਦੋਂ ਜੰਗਲ ਦੇ ਵਿੱਚ ਸ਼ਿਕਾਰੀ ਆਪਣਾ ਜਾਲ ਫੈਲਾਉਂਦਾ ਨਾ, ਤਾਂ ਉੱਤੇ ਥੋੜ੍ਹਾ ਜਿਹਾ ਉਹ ਉੱਦਾਂ ਦੀਆਂ ਚੀਜ਼ਾਂ ਵਧੀਆ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਖਿਲਾਰ ਦਿੰਦਾ ਹੈ, ਚੋਗਾ ਪਾ ਦਿੰਦਾ ਹੈ। ਚੋਗੇ ਦਾ ਟੇਸਟ ਕਰਨ ਵਾਸਤੇ ਜਦੋਂ ਉਹ ਪੰਛੀ ਆਉਂਦੇ ਨੇ ਉਹ ਫੜ ਲੈਂਦਾ ਹੈ। ਮੱਛੀ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਜਿਹੜੇ ਫੜਨ ਵਾਲੇ ਨੇ ਸਮੁੰਦਰ ਦੇ ਵਿੱਚੋਂ ਅੱਗੇ ਕੁੰਡੀ 'ਤੇ ਕੋਈ ਚੀਜ਼ ਲਾਉਂਦੇ ਨੇ, ਜਿਹਦੇ ਨਾਲ ਖਿੱਚੀ ਤੁਰੀ ਆਉਂਦੀ ਹੈ ਅਤੇ ਮੁੜ ਕੇ ਫਸ ਜਾਂਦੀ ਹੈ। ਸੋ ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸਾਡਾ ਸੁਭਾਅ ਬਣਦਾ ਜਾਂਦਾ ਹੈ। ਇੱਕ ਵਾਰੀ ਨਿੰਦਿਆ ਸੁਣ ਲਈ, ਬਹੁਤ ਵਧੀਆ ਲੱਗੀ, ਦੂਜੀ ਵਾਰੀ ਹੋਰ ਨਿੰਦਾ ਹੀ ਸੁਣਨ ਦੇ ਨਾਲ ਸਾਡਾ ਸੁਭਾਅ ਬਣ ਜਾਂਦਾ। ਨਿੰਦਾ ਕਰਨ ਨਾਲ, ਨਿੰਦਾ ਸੁਣਨ ਨਾਲ ਸਾਡਾ ਸੁਭਾਅ ਹੀ ਪੱਕ ਗਿਆ। ਉਹ ਕਹਿੰਦੇ ਬੰਦਾ ਤੇ ਵਧੀਆ, ਪਰ ਇਹਦਾ ਨਾ ਸੁਭਾਅ ਜਿਹਾ ਇਸ ਤਰ੍ਹਾਂ ਬਣਿਆ ਹੋਇਆ, ਇਹਦਾ ਸੁਭਾਅ ਹੀ ਇੱਦਾਂ ਦਾ ਹੈ। ਕੋਈ ਗਲਤ ਬੋਲਦਾ, ਉਹ ਕਹਿੰਦੇ ਇਹਦੀ ਆਦਤ ਤੋਂ ਮਜਬੂਰ ਆ ਜੀ ਬੰਦਾ। ਸੋ ਇਸ ਕਰਕੇ ਸਾਧ ਸੰਗਤ ਜੀ, ਇੱਕ ਵਾਰੀ ਜਦੋਂ ਗਲਤੀ ਹੁੰਦੀ ਆ ਉਦੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ, ਮਹਾਰਾਜ ਗਲਤੀ ਹੋ ਗਈ, ਅੱਗੇ ਤੋਂ ਬਖਸ਼ਿਸ਼ ਕਰੋ, ਪਿਛਲੇ ਅਵਗੁਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਭਾਵੈ। ਪਰ ਜੇ ਵਾਰ-ਵਾਰ ਗਲਤੀਆਂ ਕਰੀ ਜਾਏਗਾ ਨਾ, ਪਾਪ ਕਮਾਏ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ, ਏਕ ਕਮਾਵੈ ਹੋਏ ਨਿਸੰਕ, ਜਮਪੁਰ ਬਾਂਧ ਖਰੇ ਕਾਲੰਕ। ਕਹਿੰਦੇ ਜੇ ਇੱਕ ਵਾਰੀ ਕੋਈ ਗਲਤੀ ਕਰ ਲਈ, ਫਿਰ ਵਾਰ-ਵਾਰ ਕਰੀ ਗਿਆ ਤੇ ਕਹਿੰਦਾ ਵੀ ਮੇਰੇ ਚੱਲ ਲੈ ਹੀ ਜਾਣੇ ਆ ਇਸ਼ਨਾਨ ਕੀਤਿਆਂ। ਕਹਿੰਦਾ ਨਹੀਂ ਹੋਏਗਾ ਇਸ ਤਰ੍ਹਾਂ, ਵਾਰ-ਵਾਰ ਗਲਤੀਆਂ ਕਰੇਗਾ, ਆਦਤ ਬਣੇਗੀ, ਉਹ ਪਰ ਤੈਨੂੰ ਬੰਦ ਕਰਕੇ, ਕਲੰਕੀ ਕਰਕੇ ਤੈਨੂੰ ਜਮਪੁਰੀ ਦੇ ਵਿੱਚ ਲਿਜਾਇਆ ਜਾਏਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਉ ਰੁਚ ਉਪਜਾਵੈ। ਸੋ ਇਸ ਬੰਨੇ ਨੂੰ ਸਾਡੀ ਰੁਚੀ ਮਾਇਆ ਵਾਲੇ ਪਾਸੇ ਨੂੰ ਬਣਦੀ ਹੈ ਮਨ ਦੀ। ਕਿਰਪਾ ਕਰੋ ਸਤਿਗੁਰੂ ਜੀ, ਜਾਚ ਦੱਸਣਾ ਕਰੋ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਓ ਨੇਹ ਨਾ ਲਾਵੈ। ਕਹਿੰਦੇ ਪਰਮੇਸ਼ਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਅੰਦਰ ਵੀ ਹੈ, ਅੰਦਰ ਵੀ ਵਸਦਾ ਹੈ, ਬਾਹਰ ਵੀ ਵਸਦਾ ਹੈ, ਸਦਾ ਸੰਗ, ਤਾਂ ਹਮੇਸ਼ਾ ਸੰਗ ਹੀ ਹੈ ਪ੍ਰਭੂ। ਤਾਸਿਓ ਨੇਹ ਨਾ ਲਾਵੇ, ਉਹਦੇ ਨਾਲ ਪ੍ਰੀਤੀ ਨਹੀਂ ਲਾਉਂਦਾ, ਉਹਦੇ ਨਾਲ ਪ੍ਰੇਮ ਨਹੀਂ ਲਾਉਂਦਾ ਸਾਡਾ ਮਨ। ਵਾਰ-ਵਾਰ ਸਾਡਾ ਮਨ ਜਿਹੜਾ ਹੈ, ਜੇ ਕਿਤੇ ਲਾਉਂਦਾ ਵੀ ਹੈ ਸਾਧ ਸੰਗਤ ਜੀ, ਉਹ ਫਿਰ 49 51 ਵਾਲੇ ਚੱਕਰ ਦੇ ਵਿੱਚ ਪਿਆ ਰਹਿੰਦਾ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਕਿਤੇ ਕਿਰਪਾ ਹੋ ਜਾਂਦੀ, ਸਤਿਗੁਰੂ ਜੀ ਦੀ ਬਾਣੀ ਪੜ੍ਹਨ ਲੱਗ ਜਾਂਦਾ ਹੈ, ਸੇਵਾ ਸਿਮਰਨ ਕਰਨ ਲੱਗ ਜਾਂਦਾ ਹੈ। ਕੋਈ ਐਸਾ ਸਮਾਂ ਆਉਂਦਾ ਹੈ, ਫਿਰ ਥੱਲੇ ਨੂੰ ਇਹਦੀ ਬਿਰਤੀ ਚਲੇ ਜਾਂਦੀ, ਸਾਰਾ ਕੁਝ ਛੱਡਿਆ ਜਾਂਦਾ, ਫਿਰ ਨਹੀਂ ਪਤਾ ਲੱਗਦਾ ਵੀ ਮੈਂ ਕਿੱਧਰ ਨੂੰ ਆ ਗਿਆ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਭਾਈ ਅੰਦਰ ਤੇ ਬਾਹਰ ਸਦਾ ਜਿਹੜਾ ਪ੍ਰਭੂ ਹੈ, ਤਾਂ ਸਿਉ ਨਹੁ ਨਾ ਲਾਵੇ। ਉਹ ਜਿਹੜਾ ਮਨ ਹੈ ਨਾ, ਉਹ ਇਸ ਬੰਨੇ ਵੀ ਇਹੋ ਨਹੀਂ ਲਾਉਂਦਾ, ਪ੍ਰੀਤੀ ਨਹੀਂ ਲਾਉਂਦਾ। ਨਾਨਕ ਮੁਕਤ ਤਾਹੇ ਤੁਮ ਮਨ ਹੋ,
ਜਿਹ ਘਟ ਰਾਮ ਸਮਾਵੈ। ਤੇ ਮਹਾਰਾਜ ਸਭ ਕਿਰਪਾ ਕਰਦੇ, ਕਹਿੰਦੇ ਮੁਕਤ ਉਹਨੂੰ ਮੰਨਣਾ ਕਰੋ ਕਿਨੂੰ, ਜਿਹ ਘਟ ਰਾਮ ਸਮਾਵੈ, ਜਿਹਦੇ ਹਿਰਦੇ ਅੰਦਰ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਸਮਾਇਆ ਹੋਵੇ। ਤੇ ਸਾਧ ਸੰਗੀ ਇਸ ਸਾਰੇ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਸਾਨੂੰ ਕਿ ਆ ਪ੍ਰੋਬਲਮਸ ਨੇ ਸਾਡੇ ਮਨ ਦੀਆਂ, ਇੱਧਰ ਨੂੰ ਇਹ ਜਾਂਦਾ ਹੈ। ਤੇ ਅਗਲੇ ਸ਼ਬਦ ਦੇ ਵਿੱਚ ਆਪਾਂ ਅਗਲੇ ਵਾਰੀ ਵਿਚਾਰ ਕਰਾਂਗੇ, ਉਹਦੇ ਵਿੱਚ ਸਤਿਗੁਰੂ ਜੀ ਨੇ ਸਲਿਊਸ਼ਨ ਦਿੱਤਾ ਕਿ ਇਹਦਾ ਸਲਿਊਸ਼ਨ ਕੀ ਹੈ, ਫਿਰ ਇਹਦਾ ਕਰਨਾ ਕੀ ਹੈ, ਇਹ ਸ਼ੁਰੂਆਤ ਕਿੱਥੋਂ ਕਰਨੀ ਪਏਗੀ, ਕਿ ਕਿੱਥੋਂ ਸਾਨੂੰ ਸ਼ੁਰੂ ਕਰਨਾ ਪਏਗਾ ਕਿ ਸਾਡੇ ਮਨ ਨੂੰ ਅਸੀਂ ਸਮਝ ਕਰਕੇ ਇਹਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਾਈਏ, ਇਹ ਤੋਂ ਜਿੱਤ ਪ੍ਰਾਪਤ ਕਰੀਏ। ਇਹਦੇ ਨਾਲ ਜੰਗ ਦੇ ਵਿੱਚ ਵਾਰ-ਵਾਰ ਜਿਹੜਾ ਸਾਨੂੰ ਹਾਰਨਾ ਪੈ ਰਿਹਾ ਹੈ, ਉਸ ਤੋਂ ਅਸੀਂ ਜਿੱਤ ਪ੍ਰਾਪਤ ਕਰੀਏ। ਸੋ ਇਹ ਵਾਰ-ਵਾਰ ਸਾਧ ਸੰਗਤ ਜੀ, ਇਹ ਸਾਡੀ 24 ਘੰਟੇ ਜੰਗ ਜਿਹੜੀ ਹੈ ਉਹ ਮਨ ਦੇ ਨਾਲ ਚੱਲ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ, ਸਮੁੱਚੀ ਬਾਣੀ ਵਿੱਚ ਬਹੁਤਾ ਸਾਰਾ ਉਪਦੇਸ਼ ਸਾਡੇ ਮਨ ਦੇ ਪ੍ਰਥਾਏ ਸਤਿਗੁਰੂ ਜੀ ਨੇ ਦਿੱਤਾ ਹੈ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਉੱਤਮ ਬਖਤੇ ਦੇ ਰੂਪ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ। 3 ਤਰ੍ਹਾਂ ਦੇ ਬਖਤੇ ਹੁੰਦੇ ਨੇ, ਭਾਵ ਕਿ ਉਪਦੇਸ਼ ਦੇਣ ਵਾਲੇ ਬਖਤਾ ਕੇ ਕਿਹਾ ਜਾਂਦਾ ਹੈ। ਜਿਹੜਾ ਉਪਦੇਸ਼ ਦੇਣ ਵਾਲਾ ਹੈ, ਇੱਕ ਹੈ ਕਨਿਸ਼ਟ ਬਖਤਾ, ਭਾਵ ਕਿ ਜਿਹੜਾ ਕਿਸੇ ਨੂੰ ਝਿੜਕ ਕੇ ਉਪਦੇਸ਼ ਦੇਣਾ, ਜਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਕਈ ਵਾਰ ਕਰਦੇ ਹਾਂ, ਜਾਂ ਕਿਸੇ ਨੂੰ ਜਿਸ ਤਰ੍ਹਾਂ ਡੰਨ ਦੇ ਕਰਕੇ ਕਿਸੇ ਨੂੰ ਸਮਝਾਇਆ ਜਾਂਦਾ ਹੈ। ਪੁਲਿਸ ਵਾਲੇ ਜਿਸ ਤਰ੍ਹਾਂ ਕਿਸੇ ਦੇ ਲਾਠੀ ਮਾਰ ਕੇ ਉਹਨੂੰ ਦੱਸਦੇ ਨੇ ਵੀ ਹਾਂ ਤੂੰ ਗਲਤ ਆਹ ਕੰਮ ਕਰ ਰਿਹਾ ਸੀ। ਸੋ ਦੂਸਰੇ ਨੇ ਸਾਧ ਸੰਗਤ ਜੀ, ਜਿਹੜਾ ਕਿਸੇ ਨੂੰ ਸਮਝਾਉਂਦਾ ਹੈ ਕਿ ਭਾਈ ਆਹ ਕੰਮ ਕਰਨਾ ਚਾਹੀਦਾ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰਨੇ ਚਾਹੀਦੇ ਹੈ, ਮਰਜ਼ਾਦਾ ਦੇ ਵਿੱਚ ਚੱਲਣਾ ਚਾਹੀਦਾ, ਪਰ ਆਪ ਨਹੀਂ ਕਰਦਾ। ਅਵਰ ਉਪਦੇਸਾ ਆਪ ਨਾ ਕਰੈ, ਆਪ ਤਜਾਵਤ ਜਨਮ ਹੈ ਮਰੈ। ਦੂਸਰੇ ਨੂੰ ਉਪਦੇਸ਼ ਕਰਦਾ। ਉੱਤਮ ਬਖਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹਨ। ਉੱਤਮ ਬਖਤਾ ਸਾਧ ਸੰਗਤ ਜੀ ਆਪਣੇ ਮਨ ਨੂੰ ਉਪਦੇਸ਼ ਕਰਦਾ ਹੈ, ਆਪਣੇ ਮਨ ਦੇ ਪ੍ਰਥਾਏ ਗੱਲ ਕਰਦਾ ਕਿ ਮਨ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਸੋ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਅੰਦਰ ਮਨ ਦੇ ਪ੍ਰਥਾਏ ਸਾਧ ਸੰਗਤ ਜੀ ਉਪਦੇਸ਼ ਦੇ ਕਰਕੇ ਉੱਤਮ ਉਪਦੇਸ਼, ਉੱਤਮ ਬਖਤੇ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਣੀ ਬਖਸ਼ਿਸ਼ ਦੇ ਨਾਲ ਹੀ ਸਾਡੇ ਮਨ ਨੂੰ ਸਾਧ ਸੰਗਤ ਜੀ ਕਾਬੂ ਕਰਨ, ਕਿਉਂਕਿ ਸਾਡੇ ਵੱਸ ਦਾ ਇਹ ਕੰਮ ਨਹੀਂ ਹੈ। ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ, ਜੇ ਪੂਰੀ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ ਤਾਂ ਫਿਰ ਮਨ ਵਸ ਦੇ ਵਿੱਚ ਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਕੀ ਸਾਨੂੰ ਸੋਲੂਸ਼ਨ ਦੱਸਦੇ ਨੇ ਸਤਿਗੁਰੂ ਜੀ, ਇਹ ਆਪਾਂ ਅਗਲੇ ਸ਼ਬਦ ਦੇ ਵਿੱਚ ਅਗਲੀ ਵਾਰੀ ਸਤਿਗੁਰੂ ਜੀ ਤੋਂ ਪਾਵਨ ਪਵਿੱਤਰ ਗੁਰਬਾਣੀ ਤੋਂ ਸੇਧ ਪ੍ਰਾਪਤ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਸਰਬੱਤ ਸੰਗਤਾਂ ਦਾ ਲਾਇਆ ਹੋਇਆ ਇੱਥੇ ਸਮਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਸਫਲਾ ਕਰਨ। ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ। ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੋਲਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਥਾ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਓ ਨੇਹੋ ਨਾ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਜਿਹ ਘਟ ਰਾਮ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।